नमस्कार। देश दुनिया विच SDTV प्राइम देख रहे सारे दर्शकों का स्वागत। मैं हाँ शमी डावरा ते लैके हाजिर हाँ प्रोग्राम विचार तकरार। इस तो पहला कि प्रोग्राम विचार तकरार पेश करिए दोस्तों, बेनती तुहाडे अगे उही है कि तुसी साडा चैनल SDTV प्राइम लाइक करो, सबसक्राइब करो ते सबसक्राइब करन तो बाद घंटी वाला बटन जरूर दबा दिओ ताकि साडे प्रोग्राम तुहाडे तक सीधे जल्दी तो जल्दी पहुँच सकन। तो शुरू करते हैं प्रोग्राम विचार तकरार, जिस दे विच अज असीं विशा लिया है माल गड्डियां, वपार अते सियासत। इस विषय ते गलबात करन दे लई जिहड़े माहिरां नूं असीं स्टूडियो 'च सद्दा दिता है, सब तो पहला उन्हां नाल तुहाडी मैं वाकफित करा दा। मेरे बिल्कुल नाल बैठे ने बलविंदर सिंह गिल, जो कि रूपनगर जिले के उगे व्यापारी ने ते नाल ही नाल आम आदमी पार्टी के उगे नेता भी ने। तो दूसरे पासे जिहड़े मैं लए ने ਉਹ ਨੇ ਨੰਗਲ ਵਪਾਰ ਮੰਡਲ ਦੇ ਪ੍ਰਧਾਨ ਅੱਡਾ ਮਾਰਕੀਟ ਦੇ, ਜਿਨ੍ਹਾਂ ਨੂੰ ਅਕਸਰ ਤੁਸੀਂ ਫੇਸਬੁੱਕ ਦੇ ਉੱਤੇ ਬੜਾ ਦੇਖਿਆ ਹੋਵੇਗਾ, ਸੁਣਿਆ ਹੋਵੇਗਾ, ਟੋਨੀ ਸਹਿਗਲ ਜੀ। ਸਭ ਤੋਂ ਪਹਿਲਾਂ ਟੋਨੀ ਸਹਿਗਲ ਜੀ ਤੇ ਗਿੱਲ ਸਾਹਿਬ, ਤੁਹਾਡਾ ਸਵਾਗਤ ਹੈ SDTV ਪ੍ਰਾਈਮ ਤੇ। ਸੋ ਸ਼ੁਰੂਆਤ ਕਰਦੇ ਹਾਂ। ਅੱਜ ਗਿੱਲ ਸਾਹਿਬ ਤੁਹਾਡੇ ਕੋਲੋਂ ਸ਼ੁਰੂਆਤ ਕਰਦਾ ਮੈਂ, ਕਿਉਂਕਿ ਅਸੀਂ ਜਿਹੜੀ ਚੀਜ਼ ਲਈ ਹੈ, ਜਿਹੜਾ ਵਿਸ਼ਾ ਲਿਆ ਹੈ, ਉਹ ਲਿਆ ਹੈ ਮਾਲ ਗੱਡੀ, ਵਪਾਰ ਤੇ ਸਿਆਸਤ। ਮਾਲ ਗੱਡੀਆਂ ਬਾਰੇ ਕੱਲ ਤੱਕ ਇਹੀ ਕਿਹਾ ਜਾ ਰਿਹਾ ਸੀਗਾ ਵੀ ਮਾਲ ਗੱਡੀਆਂ ਜਿਹੜੀਆਂ ਹੈਗੀਆਂ ਉਹ ਸਰਕਾਰ ਵੱਲੋਂ ਰੋਕੀਆਂ ਗਈਆਂ ਨੇ, ਪਹਿਲਾਂ ਕਿਸਾਨਾਂ ਵੱਲੋਂ ਰੋਕੀਆਂ ਗਈਆਂ ਨੇ, ਲੇਕਿਨ ਹੁਣ ਜਿਹੜੀ ਚੀਜ਼ ਆ ਗਈ ਹੈ, ਕੱਲ ਇੱਕ ਬਿਆਨ ਰਵਨੀਤ ਬਿੱਟੂ ਜੀ ਨੇ, ਪਿਊਸ਼ ਗੋਇਲ ਜੀ ਜਿਹੜੇ ਰੇਲਵੇ ਮੰਤਰੀ ਨੇ, ਉਹਨਾਂ ਨਾਲ ਮਿਲ ਕੇ ਦਿੱਤਾ ਸੀ ਵੀ ਉਹਨਾਂ ਨੇ ਇਹ ਦੇ ਦਿੱਤਾ ਵੀ ਪਹਿਲਾਂ ਸਾਡੇ ਖੇਤੀ ਕਾਨੂੰਨਾਂ ਨੂੰ ਮੰਨੋ ਤਾਂ ਅਸੀਂ ਤੁਹਾਡੀਆਂ ਰੇਲ ਗੱਡੀਆਂ ਚਲਾਵਾਂਗੇ ਪੰਜਾਬ ਦੇ ਵਿੱਚ। ਲੇਕਿਨ ਉਸ ਤੋਂ ਬਾਅਦ ਤੁਰੰਤ ਬਾਅਦ ਥੋੜ੍ਹੀ ਦੇਰ ਬਾਅਦ ਹੀ ਇੱਕ ਆ ਜਾਂਦਾ ਹੈ ਬਿਆਨ ਵੀ ਨਹੀਂ, ਤੁਸੀਂ ਆਪਣੇ ਕਿਸਾਨਾਂ ਨੂੰ ਜਿੱਥੇ ਜਿੱਥੇ ਵੀ ਉਹ ਬੈਠੇ ਨੇ ਉਹਨਾਂ ਨੂੰ ਟਰੈਕ ਖਾਲੀ ਕਰਾਓ, ਉਹਨਾਂ ਰੇਲਵੇ ਸਟੇਸ਼ਨਾਂ ਤੋਂ ਸਫਾਈ ਕਰਾਓ, ਤਾਂ ਫਿਰ ਅਸੀਂ ਜਿਹੜੀ ਹੈ ਮਾਲ ਗੱਡੀ ਬੜੀ ਜਲਦੀ ਉਹ ਸ਼ੁਰੂ ਕਰ ਦਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹ ਗੱਲ ਕਰਾਂਗਾ, ਸਿਆਸਤ ਬਾਅਦ ਚੋਂ ਲੈਣਾ, ਸਭ ਤੋਂ ਪਹਿਲੀ ਗੱਲ ਕਰਾਂਗਾ ਵੀ ਮਾਲ ਗੱਡੀ ਦੇ ਉੱਤੇ ਅੱਜ ਦੀ ਤਾਰੀਖ 'ਚ ਜਦੋਂ ਤਿਉਹਾਰਾਂ ਦੇ ਦਿਨ ਨੇ, ਵਪਾਰ ਕਿੰਨਾ ਪ੍ਰਭਾਵਿਤ ਹੋ ਰਿਹਾ ਹੈ। ਦੇਖੋ ਸ਼ਮੀ ਜੀ, ਅੱਜ ਦਾ ਵਿਸ਼ਾ ਬਹੁਤ ਵਧੀਆ ਹੈ। ਮੈਂ ਸ਼ੁਰੂਆਤ ਇੱਥੋਂ ਕਰ ਰਿਹਾ ਵਾਂ, ਜੇ ਕੇਂਦਰ ਦੀ ਸਰਕਾਰ ਜੀ, ਦੇਖੋ ਕੇਂਦਰ ਦੀ ਸਰਕਾਰ ਜਿਹੜੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਸਟੇਟਾਂ ਨੇ ਜੀ, ਉਹਨਾਂ ਦੀ ਪੈਰੈਂਟਲ ਗਵਰਨਮੈਂਟ ਹੁੰਦੀ ਹੈ। ਬਿਲਕੁਲ। ਉਹਦਾ ਕੰਮ ਉਹ ਹੈ ਜਿਹੜਾ ਇੱਕ ਮਾਂ ਤੇ ਪਿਓ ਦਾ ਕੰਮ ਹੈ ਹਰੇਕ ਬੱਚਿਆਂ ਨੂੰ ਪਾਲਣ ਦਾ। ਬਿਲਕੁਲ। ਪਰ ਹੋ ਕੀ ਰਿਹਾ? ਹੋ ਇਹ ਰਿਹਾ ਹੈ ਵੀ ਜਿੱਥੇ ਤੇ ਮੇਰੀ ਪਾਰਟੀ ਦੀ ਸਰਕਾਰ ਹੈ ਉਹ ਮੇਰੀ ਸੱਕੀ ਹੈ, ਤੇ ਜਿੱਥੇ ਮੇਰੀ ਪਾਰਟੀ ਦੀ ਸਰਕਾਰ ਨਹੀਂ ਹੈ ਜੀ, ਉਹਦੇ ਨਾਲ ਮਤਰੇਏ ਪੁੱਤ ਵਾਲਾ ਵਿਵਹਾਰ ਕੀਤਾ ਜਾਂਦਾ ਜੀ। ਇਹੋ ਹੀ ਕੰਮ ਪੰਜਾਬ ਦੇ ਨਾਲ ਹੋਣ ਡਿਆ। ਵੈਸੇ ਤਾਂ ਪੰਜਾਬ ਦਾ ਇਤਿਹਾਸ ਹੈ, ਕੋਈ ਵੀ ਸੁਥਰਾ ਨਹੀਂ ਚੱਲਿਆ ਅੱਜ ਤੱਕ, ਪਰ ਪਿਛਲੇ 2014 ਤੋਂ ਲੈ ਕੇ 2019 ਤੋਂ ਲੈ ਕੇ 2020 ਤਾਣੀ ਜੋ ਪੰਜਾਬ ਨਾਲ ਵਤੀਰਾ ਹੋਣ ਡਿਆ ਹੈ ਉਹ ਕੋਈ ਬਹੁਤ ਵਧੀਆ ਨਹੀਂ ਹੈ। ਕਿਸਾਨਾਂ ਦਾ ਮਸਲਾ ਤੇ ਜਿਹੜਾ ਹੈ ਜੀ ਹੁਣ ਉੱਠਿਆ ਹੈ। ਦੇਖੋ ਜਿਹੜੀ ਗੱਡੀਆਂ ਦੀ ਗੱਲ ਹੈ, ਕਿਸਾਨਾਂ ਨੇ ਉਸ ਤੋਂ ਪਹਿਲਾਂ ਹੀ ਮੀਟਿੰਗ ਕਰਕੇ ਚੰਡੀਗੜ੍ਹ ਇਹ ਕਲੀਅਰ ਕਰ ਦਿੱਤਾ। ਇਹਨਾਂ ਨੇ ਕਿਹਾ ਕਿ ਟਰੈਕ ਖਾਲੀ ਕਰੋ, ਟਰੈਕ ਖਾਲੀ ਕਰ ਦਿੱਤੇ ਜੀ। ਫਿਰ ਇਹਨਾਂ ਨੇ ਕਿਹਾ ਜੀ ਇਹ ਪਲੇਟਫਾਰਮ ਤੇ ਕਿਉਂ ਬੈਠੇ ਆ, ਉੱਥੋਂ ਇਹ ਸਾਡੇ ਸਟਾਫ ਤੇ ਹਮਲਾ ਕਰ ਦੇਣਗੇ। ਉਹਨਾਂ ਨੇ ਬਹੁਤ ਹੀ ਸੁਲਝੇ ਹੋਏ ਲਹਿਜੇ 'ਚ ਕਿਸਾਨ ਲੀਡਰਾਂ ਨੇ ਇਹ ਕਿਹਾ ਵੀ ਉਹ ਵੀ ਤੇ ਸਾਡੇ ਬੱਚੇ ਨੇ ਜੀ, ਜਿਹੜੇ ਰੇਲਵੇ ਇੰਪਲਾਈ ਨੇ ਸਾਡੇ ਬੱਚੇ ਨੇ। ਤੁਸੀਂ ਗੱਡੀਆਂ ਚਲਾਓ, ਜੇ ਤੁਸੀਂ ਕਹਿੰਦੇ ਹੋ ਪਲੇਟਫਾਰਮ ਖਾਲੀ ਕਰਨਾ, ਅਸੀਂ ਪਲੇਟਫਾਰਮ ਵੀ ਖਾਲੀ ਕਰ ਦਿੰਦੇ ਆ, ਅਸੀਂ ਪਾਰਕ ਦੇ ਵਿੱਚ ਬੈਠ ਜਾਵਾਂਗੇ ਜਾ ਕੇ। ਹੋਰ ਸਾਡਾ ਵਾਅਦਾ ਹੈ ਕਿ ਜਿਹੜੀ ਤੁਹਾਡੀ ਗੱਡੀਆਂ, ਜਿਹੜਾ ਸਟਾਫ ਕੰਮ ਕਰ ਰਿਹਾ, ਜਿਹੜਾ ਕੋਈ ਸਟਾਫ ਗੱਡੀ ਤੇ ਆਉਂਦਾ ਹੈ, ਉਹਦਾ ਚਾਹ ਪਾਣੀ ਦਾ ਵੀ ਪ੍ਰਬੰਧ ਅਸੀਂ ਕਰਾਂਗੇ। ਹੁਣ ਇਸ ਤੋਂ ਵੱਡੀ ਗਰੰਟੀ ਤੇ ਦਿੱਤੀ ਨਹੀਂ ਜਾ ਸਕਦੀ। ਦੂਸਰੀ ਗੱਲ ਆ ਜਾਂਦੇ ਆਪਾਂ, ਜਿਹੜਾ ਇਸ ਵੇਲੇ ਵਪਾਰ ਦੀ ਗੱਲ, ਤਿਉਹਾਰ ਹੈਗੇ, ਬਿਲਕੁਲ ਤਿਉਹਾਰਾਂ ਦੇ ਜਿਹੜੇ ਵਪਾਰ ਦੀ ਗੱਲ ਹੈ, ਦੇਖੋ ਮਾਲ ਆਉਂਦਾ ਵੀ ਹੈ, ਮਾਲ ਜਾਂਦਾ ਵੀ ਹੈ ਜੀ, ਕਿਉਂਕਿ ਕਈ ਚੀਜ਼ਾਂ ਸਾਡੀ ਲੋੜ ਦੀਆਂ ਬਾਹਰੋਂ ਆਉਂਦੀਆਂ ਨੇ, ਕਈ ਦੇਸ਼ ਦੀ ਲੋੜ ਦੀਆਂ ਚੀਜ਼ਾਂ ਸਾਡੇ ਕੋਲ ਬਣ ਕੇ ਜਾਂਦੀਆਂ ਨੇ। ਬਿਲਕੁਲ। ਤੇ ਜਦੋਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ, ਆਪਣੇ ਅਧਿਕਾਰਾਂ ਦੀ ਮੰਗ ਕਰਨ ਦਾ ਅਧਿਕਾਰ ਹੈ। ਬਿਲਕੁਲ। ਕਿਸਾਨਾਂ ਦੇ ਅੰਦੋਲਨ ਨੂੰ ਇਸ ਤਰ੍ਹਾਂ ਨਾ ਲਿਆ ਜਾਏ ਕਿ ਅਸੀਂ ਉਹਦਾ ਬਦਲਾ ਲੈਣਾ। ਮੈਂ ਪ੍ਰਭਾਵਿਤ ਬਿਲਕੁਲ ਤੁਹਾਡੇ ਕੋਲ ਸਾਰੀਆਂ ਗੱਲਾਂ ਪੁੱਛਾਂਗਾ, ਮੈਂ ਸਿਰਫ ਹਲੇ ਪੁੱਛ ਰਿਹਾ ਵੀ ਵਪਾਰ ਕਿੰਨਾ ਪ੍ਰਭਾਵਿਤ ਹੋ ਰਿਹਾ ਹੈ ਇਸ ਰੇਲ ਗੱਡੀਆਂ ਨਾ ਆਉਣ ਕਰਕੇ। ਵਪਾਰ ਤੇ ਦੇਖੋ ਜੀ ਕਿੰਨਾ ਪ੍ਰਭਾਵਿਤ ਹੋ ਰਿਹਾ ਹੈ। ਅੱਜ ਅਸੀਂ ਵੀ ਵਪਾਰੀ, ਅੱਜ ਸਵੇਰੇ ਤੋਂ
ਮੂੰਹ ਚੁੱਕ ਕੇ ਬੈਠੇ ਰਹਿੰਦੇ ਆ, ਸ਼ਾਮ ਤਾਣੀ ਗਾਹਕ ਦੇ ਦਰਸ਼ਨ ਨਹੀਂ ਹੁੰਦੇ ਜੀ। ਵਜ੍ਹਾ ਕਈ ਨੇ। ਕਰੋਨਾ ਕਾਲ ਨਿਕਲਿਆ ਹੈ, ਇਸ ਤੋਂ ਬਾਅਦ ਉਸ ਤੋਂ ਪਹਿਲਾਂ ਦੀਆਂ ਵੀ ਜੋ GST ਦੀ ਪਾਲਿਸੀ ਇਹਨਾਂ ਦੀ ਆਈ ਹੈ, GST ਅਨਬੀਅਰੇਬਲ GST ਹੋ ਗਈ, ਰੇਲ ਗੱਡੀਆਂ ਬੰਦ ਕਰਕੇ ਮਾਲ ਗੱਡੀਆਂ, ਉਸ ਤੋਂ ਬਾਅਦ ਰੇਲ ਗੱਡੀਆਂ ਮਾਲ ਗੱਡੀਆਂ ਬੰਦ ਹੋਣ ਕਰਕੇ ਪ੍ਰਾਪਰ ਮਾਲ ਆ ਨਹੀਂ ਰਿਹਾ ਹੈ ਤੇ ਵਪਾਰੀ ਨੂੰ ਪਰੇਸ਼ਾਨੀ ਹੈ। ਅੱਜ ਹੋਲਸੇਲਰ ਔਰ ਕੰਪਨੀਆਂ ਪ੍ਰਾਪਰ ਸਪਲਾਈ ਨਹੀਂ ਦੇ ਪਾ ਰਹੀਆਂ ਡਿਮਾਂਡ ਦੇ ਹਿਸਾਬ ਨਾਲ, ਔਰ ਜੋ ਮਾਲ ਹੈਗਾ ਹੈ ਉਹ ਕਈ ਮਾਲ ਇਹੋ ਜਿਹੇ ਜਿਹੜਾ ਰਿਕੁਆਇਰਡ ਨਹੀਂ ਹੈ ਕਸਟਮਰ ਨੂੰ, ਤੇ ਅਸੀਂ ਕਸਟਮਰ ਨੂੰ ਕੀ ਜਵਾਬ ਦਈਏ? ਕਸਟਮਰ ਨਾਲ ਝੂਠ ਬੋਲਣਾ ਪੈਂਦਾ ਹੈ ਵੀ 2 ਦਿਨ ਤੁਸੀਂ ਰੁਕ ਜਾਓ, ਫਲਾਣਾ ਮਾਡਲ ਤੁਹਾਨੂੰ ਦੇ ਦਾਂਗੇ ਜੀ। ਚੋਨੀ ਸਾਈਕਲ ਜੀ, ਮੈਂ ਤੁਹਾਡੇ ਕੋਲ ਪੁੱਛਦਾ, ਇੱਕ ਪ੍ਰੋਪਰ ਬਹੁਤ ਵੱਡੀ ਮਾਰਕੀਟ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਉਹ ਉਸ ਦੇ ਪ੍ਰਧਾਨ ਹੈਗੇ ਹੋ ਔਰ ਪੰਜਾਬ ਵਪਾਰ ਮੰਡਲ ਦੇ ਵੀ ਤੁਸੀਂ ਜਿਹੜੇ ਹੈ ਅਹੁਦੇਦਾਰ ਹੈਗੇ ਹੋ। ਮੈਂ ਤੁਹਾਡੇ ਕੋਲ ਇੱਕ ਜਾਣਨਾ ਚਾਹੁੰਦਾ ਵੀ ਅੱਜ ਦੀ ਤਾਰੀਖ ਦੇ ਵਿੱਚ ਮਾਲ ਗੱਡੀਆਂ ਜਿਹੜੀਆਂ ਇੱਕ ਵਪਾਰੀਆਂ ਲਈ ਬੜੀ ਸਹੂਲੀਅਤ ਦਾ ਸਾਧਨ ਹੁੰਦੀਆਂ ਸੀਗੀਆਂ, ਉਹ ਬੰਦ ਨੇ ਤੇ ਵਪਾਰਕ ਚੀਜ਼ਾਂ ਨਹੀਂ ਆ ਰਹੀਆਂ। ਕਿਤੇ ਨਾ ਕਿਤੇ ਇਹ ਪ੍ਰਭਾਵ ਪਾ ਰਿਹਾ ਹੈ, ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ, ਦੁਸਹਿਰਾ ਲੰਘ ਗਿਆ, ਕਰਵਾ ਚੌਥ ਲੰਘ ਗਿਆ ਤੇ ਹੁਣ ਦੀਵਾਲੀ ਜਿਹੜਾ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਿਉਹਾਰ ਹੈ, ਉਹ ਆਉਣ ਵਾਲਾ ਹੈ। ਸਭ ਤੋਂ ਪਹਿਲਾਂ ਮੈਂ SDTV ਪ੍ਰਾਈਮ ਦੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਕਹਿਣਾ। ਮਾਲ ਗੱਡੀਆਂ ਬਾਰੇ ਸ਼ਮੀ ਆਵਾ ਜੀ ਤੁਸੀਂ ਪੁੱਛਿਆ ਹੈ ਜੀ, ਵੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਸਥਿਤੀ ਆਈ ਕਿਉਂ ਜੀ। ਬਈ ਕਿਸਾਨ ਹੈ ਜਿਹੜੇ ਉਹ ਇੱਕ ਆਲਰੇਡੀ ਸਰਕਾਰ ਤੋਂ ਵੀ ਉੱਪਰ ਇੱਕ ਮਾਂ-ਬਾਪ ਦਾ ਰੁਤਬਾ ਰੱਖਦੇ ਆ, ਜਿਹੜੇ ਸਾਨੂੰ ਵੀ ਸਾਰੇ ਦੇਸ਼ ਨੂੰ ਕੀ ਦੁਨੀਆ ਦੀ ਪਾਲਣ ਪੋਸ਼ਣ ਕਰਦੇ ਆ ਜੀ। ਅੱਜ ਬੜੀ ਅਫਸੋਸਨਾਕ ਸਥਿਤੀ ਹੈ ਵੀ ਉਹਨਾਂ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ, ਰੇਲ ਟਰੈਕਾਂ ਤੇ ਬੈਠਣਾ ਪੈ ਰਿਹਾ। ਬਿਲਕੁਲ। ਔਰ ਮਹਾਤਮਾ ਗਾਂਧੀ ਜੀ ਨੇ ਕਿਸੇ ਟਾਈਮ ਤੇ ਕਿਹਾ ਸੀ, ਮੈਂ ਪੜ੍ਹਿਆ ਵੀ 80% ਜਿਹੜੀ ਆ ਭਾਰਤ ਦੀ ਵਸੋਂ ਹੈ ਉਹ ਪੇਂਡੂ ਖੇਤਰਾਂ ਦੇ ਵਿੱਚ ਹੈ ਔਰ ਕਿਸਾਨੀ ਕਿੱਤੇ ਨਾਲ ਸੰਬੰਧ ਰੱਖਦੀ ਹੈ। ਸੋ ਜਦ ਤੱਕ ਕਿਸਾਨ ਖੁਸ਼ਹਾਲ ਨਹੀਂ ਹੁੰਦਾ ਉਦੋਂ ਤੱਕ ਦੇਸ਼ ਦੀ ਤਰੱਕੀ ਦਾ ਬਾਰੇ ਸੋਚਣਾ ਬੇਈਮਾਨੀ ਗੱਲ ਹੈ ਜੀ। ਔਰ ਸਭ ਤੋਂ ਇੱਕ ਅਨਪੜ੍ਹ ਬੰਦੇ ਨੂੰ ਵੀ ਪਤਾ ਹੈ ਵੀ ਵਪਾਰ ਅਸੀਂ ਕਰਦੇ ਹਾਂ, ਕੋਈ ਪੈਸੇ ਦੀ ਚੀਜ਼ ਖਰੀਦਣੀ ਹੈ, ਵੇਚਣੀ ਹੈ, ਕਿਤੋਂ ਲਿਆਣੀ ਹੈ, ਦੇਣੀ ਹੈ। ਇਹ ਕਿਸਾਨੀ ਇਹੋ ਜਿਹਾ ਧੰਦਾ ਹੈ ਜਿਹੜੇ ਸਾਨੂੰ ਧਰਤੀ ਮਾਂ ਉਪਜ ਦਿੰਦੀ ਹੈ, ਆਪਾਂ ਮਿਹਨਤ ਕਰਨੀ ਹੈ ਔਰ ਫ੍ਰੀ ਦੇ ਵਿੱਚ ਸਾਨੂੰ ਉਹ ਬਿਲਕੁਲ ਥੋੜੀ ਜਿਹੀ ਲਾਗਤ ਨਾਲ ਸਾਨੂੰ ਬਹੁਤ ਵੱਡੀ ਫਸਲ ਆਉਂਦੀ ਹੈ। ਇਸ ਕਰਕੇ ਪ੍ਰਫੁੱਲਤ ਹੋਣ ਵਾਸਤੇ ਕਿਸਾਨੀ ਦਾ ਜਿਹੜਾ ਖੇਤਰ ਹੈ ਇਹਨੂੰ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ ਜੀ। ਮੈਂ ਬੇਸ਼ੱਕ ਵਪਾਰ ਨਾਲ ਸੰਬੰਧ ਰੱਖਦਾ, ਕਿਸਾਨੀ ਨਾਲ ਮੇਰਾ ਤਾਲੁਕ ਨਹੀਂ ਹੈ, ਪਰ ਫਿਰ ਵੀ ਅਸੀਂ ਕਿਸਾਨਾਂ ਦਾ ਦਰਦ ਸਮਝਦੇ ਹਾਂ, ਮਹਿਸੂਸ ਕਰਦੇ ਹਾਂ ਬਈ ਸੈਂਟਰ ਸਰਕਾਰ ਜਿਹਦੀ ਜ਼ਿੰਮੇਵਾਰੀ ਬਣਦੀ ਹੈ ਸਾਰੇ ਪ੍ਰਦੇਸ਼ਾਂ ਨੂੰ ਨਾਲ ਲੈ ਕੇ ਜਾਣ ਦੀ, ਉਹ ਅੱਜ ਇਹ ਸਮਝਣ ਨੂੰ ਤਿਆਰ ਨਹੀਂ ਬਈ ਉਹ ਇਹ ਸੋਚਦੀ ਹੈ ਵੀ ਕਿਸਾਨਾਂ ਨੂੰ ਸਾਡਾ ਹਿੱਤ ਆਪਣਾ ਹਿੱਤ ਨਹੀਂ ਪਤਾ, ਉਹਨੂੰ ਪਤਾ ਹੈ ਜੀ। ਸੋ ਮਾਲ ਗੱਡੀਆਂ ਦੀ ਗੱਲ ਤੇ ਸਿੱਧਾ ਆਉਣਾ ਵੀ ਮਾਲ ਗੱਡੀਆਂ ਦੇ ਨਾ ਆਉਣ ਨਾਲ ਵਪਾਰ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਸ ਵੇਲੇ ਜੀ। ਵਪਾਰ ਕੀ ਪਹਿਲਾਂ ਨੋਟਬੰਦੀ ਨਾਲ, GST ਨਾਲ ਤੇ ਹੁਣ ਕਰੋਨਾ ਕਾਲ ਦੇ ਨਾਲ ਬਿਲਕੁਲ ਠੱਪ ਪਿਆ ਹੈ। ਵਪਾਰੀ ਦਾ ਮਕਾਨ ਦੁਕਾਨ ਸਾਰਾ ਬੈਂਕ ਕੋਲ ਗਿਰਵੀ ਪਿਆ ਹੈ। ਸੈਂਟਰ ਸਰਕਾਰ ਨੇ ਕੋਈ ਇਹਦੇ ਵਾਸਤੇ ਕੋਈ ਪੈਕੇਜ ਨਹੀਂ ਦਿੱਤਾ। ਕੋਈ 20 ਲੱਖ ਕਰੋੜ ਦਾ ਮੂੰਹ ਭਰ ਜਾਂਦਾ ਹੈ ਲੇਕਿਨ ਕੋਈ ਆਪਾਂ 20 ਰੁਪਏ ਨਹੀਂ ਦਿੱਤੇ ਗਏ, 20 ਰੁਪਏ ਨਹੀਂ ਦਿੱਤੇ, ਧਰਾਤਲ ਦੇ ਆਪਾਂ ਨੇ ਕੋਈ ਦੇਖੀਏ ਤਾਂ ਕੋਈ ਉਹ ਨਹੀਂ ਹੈ। ਬਿਲਕੁਲ ਤਰਾਹੀ ਹੈ। ਬਿਲਕੁਲ। ਹੁਣ ਤੁਸੀਂ ਵਪਾਰ ਨੂੰ ਖਰਾਬ ਕਰ ਰਹੇ ਹੋ ਔਰ ਬਿਆਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਆਪਣਾ ਰਵਨੀਤ ਬਿੱਟੂ ਜੀ ਨੇ ਕਿਹਾ ਵੀ ਆਪਾਂ ਟਰੈਕ ਖਾਲੀ ਕਰ ਦਿੰਦੇ ਆ, ਲੇਕਿਨ ਪਿਊਸ਼ ਗੋਇਲ ਜੀ ਨੇ ਕਿਹਾ ਵੀ ਤੁਸੀਂ ਸਾਡੇ ਪਹਿਲਾਂ ਕਾਨੂੰਨ ਮੰਨੋ। ਬਿਲਕੁਲ। ਮੈਂ ਤੁਹਾਡੇ SDTV ਪ੍ਰਾਈਮ ਦੇ ਰਾਹੀਂ ਪੰਜਾਬ ਦੇ ਜਿੰਨੇ ਵੀ ਕਿਸਾਨ ਵੀਰ ਆਏ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਪੰਜਾਬੀ ਮੁਸੀਬਤ ਦੇ ਵਿੱਚ ਹਰ ਵੇਲੇ ਮਜ਼ਬੂਤ ਹੋ ਕੇ ਉੱਪਰ ਆਏ। ਇਸ ਮੁਸੀਬਤ ਤੋਂ ਵੀ, ਇਸ ਨਾਦਰਸ਼ਾਹੀ ਰਵੱਈਏ ਤੋਂ ਵੀ ਅਸੀਂ ਪਾਰ ਪਾਵਾਂਗੇ। ਤੁਹਾਡੇ ਨਾਲ ਤੁਹਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਦੀ ਅਸੀਂ ਪੂਰੀ ਪ੍ਰਸ਼ੰਸਾ ਕਰਦੇ ਹਾਂ। ਉਹਨਾਂ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਮੁੱਦੇ ਦੇ ਉੱਤੇ ਪੰਜਾਬ ਆਪਣੀ ਸਰਕਾਰ ਦੀ ਨਾ ਪਰਵਾਹ ਕਰਦੇ ਹੋਏ ਮੈਂ ਕਹਿਣਾ ਵੀ ਸੈਂਟਰ ਦੇ ਖਿਲਾਫ ਇੱਕ ਬਿਗੁਲ ਵੀ ਵਜਾਇਆ ਹੈ। ਲੇਕਿਨ ਹੁਣ ਉਹਨਾਂ ਨੇ ਸਾਰੇ ਮੰਤਰੀ ਮੰਡਲ ਸਮੇਤ ਸਾਰੇ MLA ਦੇ ਨਾਲ ਦਿੱਲੀ ਦੇ ਵਿੱਚ ਜਾ ਕੇ ਧਰਨਾ ਵੀ ਦਿੱਤਾ ਹੈ। ਇਹ ਵਾਕਿਆ ਹੀ ਫੌਜੀ ਜਰਨੈਲ ਕਰ ਸਕਦਾ ਹੈ। ਸੋ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਬਈ ਜਿਹੜਾ ਤੁਸੀਂ ਇਹ ਕੰਮ ਆਪਣਾ ਸ਼ੁਰੂ ਕੀਤਾ ਹੈ ਇਹਨੂੰ ਨੇਪਰੇ ਵਪਾਰੀ ਵੀ ਤੁਹਾਡੇ ਨਾਲ ਰਲ ਕੇ ਚਾੜਾਂਗੇ, ਸਰਕਾਰ ਵੀ ਤੁਹਾਡੇ ਨਾਲ ਰਲ ਕੇ ਚਾੜਾਂਗੇ
ਲੇਕਿਨ ਮੈਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਤੁਸੀਂ ਇੰਨਾ ਘਟੀਆ ਕੰਮ ਜਾਂ ਇਹ ਕੰਮ ਤੁਸੀਂ ਕੀਤਾ ਵੀ ਅਸੀਂ ਮਾਲ ਗੱਡੀਆਂ ਰੋਕ ਕੇ ਪੰਜਾਬ ਨੂੰ ਡਰਾ ਲਵਾਂਗੇ, ਵਪਾਰੀ ਨੂੰ ਡਰਾ ਲਾਂਗੇ ਜਾਂ ਇਹੋ ਜਿਹਾ ਕਰ ਲਾਂਗੇ, ਤਾਂ ਤੁਸੀਂ ਬਹੁਤ ਹੀ ਭੁਲੇਖੇ ਦੇ ਵਿੱਚ ਹੋ। ਪੰਜਾਬੀ ਸ਼ੰਮੀ ਜੀ ਤੁਸੀਂ ਤਾਂ ਜਾਣਦੇ ਹੋ ਬਈ ਅਸੀਂ ਬਾਰਡਰ ਤੇ ਬੈਠੇ ਹਾਂ। ਜਦੋਂ ਵੀ ਹਿੰਦੁਸਤਾਨ ਤੇ ਕੋਈ ਮੁਸੀਬਤ ਆਉਂਦੀ ਹੈ, ਪੰਜਾਬੀਆਂ ਦਾ ਤਾਂ ਸ਼ੌਂਕ ਹੈ ਮੁਸੀਬਤ ਨੂੰ ਆਪਣੀ ਛਾਤੀ ਤੇ ਝੇਲਣ ਦਾ। ਅਸੀਂ ਆਪਣੀ ਛਾਤੀ ਤੇ ਝੇਲਦੇ ਹਾਂ, ਲੇਕਿਨ ਇਸ ਮੁਸੀਬਤ ਤੋਂ ਵੀ ਅਸੀਂ ਪਾਰ ਪਾਵਾਂਗੇ। ਇਹ ਆਪਣਾ ਦਿੱਲੀ ਸਰਕਾਰ ਨੂੰ ਇਹ ਭੁਲੇਖਾ ਆਪਣਾ ਚੱਕ ਦੇਣਾ। ਬਿਲਕੁਲ ਭੁਲੇਖਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਵਪਾਰੀ ਸਮਝ ਨਹੀਂ ਰਹੇ ਕਿ ਕਿਸਾਨੀ ਸਾਡੇ ਨਾਲ ਵੀ ਜੁੜੀ ਹੋਈ ਹੈ। ਬਹੁਤ ਸਾਰੇ ਵਪਾਰੀ, ਤੁਸੀਂ ਵੀ ਬਿਆਨ ਦੇ ਦਿੱਤਾ ਵੀ ਹਾਲਾਂਕਿ ਮੈਂ ਕਿਸਾਨ ਨਹੀਂ ਹਾਂ। ਬਿਲਕੁਲ, ਤੁਸੀਂ ਖੇਤਾਂ 'ਚ ਕਿਸਾਨ ਨਹੀਂ ਉਪਜ ਨਹੀਂ ਕਰਦੇ, ਤੁਸੀਂ ਕੋਈ ਚੀਜ਼ ਬੀਜਦੇ ਨਹੀਂ, ਤੁਹਾਡੇ ਕੋਲ ਖੇਤ ਨਹੀਂ। ਲੇਕਿਨ ਜਿਹੜਾ ਵਪਾਰ ਤੁਸੀਂ ਕਰਦੇ ਹੋ ਉਹ ਜਿਸ ਤਰ੍ਹਾਂ ਆਪਣੇ ਗਿੱਲ ਸਾਹਿਬ ਨੇ ਕਿਹਾ ਵੀ 80% ਕਿਸਾਨੀ, ਤੁਸੀਂ ਖੁਦ ਵੀ ਕਿਹਾ ਵੀ 80% ਜਿਹੜੇ ਹੈ ਕਿਸਾਨੀ ਦੇ ਸਿਰ 'ਤੇ ਜਿਹੜਾ ਵਪਾਰ ਹੈ ਉਹ ਪਲ ਰਿਹਾ ਹੈ। ਅੱਜ ਕਿਸਾਨ ਦੁਖੀ ਹੋਏਗਾ ਤਾਂ ਵਪਾਰੀ ਦੁਖੀ ਹੋਏਗਾ। ਅੱਜ ਕਿਸਾਨ ਜਿਹੜਾ ਹੈ ਧਰਨੇ ਤੇ ਬੈਠੇਗਾ ਤਾਂ ਨੈਚੁਰਲੀ ਹੈ ਕਿ ਆਉਣ ਵਾਲੇ ਸਮੇਂ 'ਚ ਵਪਾਰੀਆਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਪਏਗਾ, ਧਰਨੇ ਤੇ ਬੈਠਣਾ ਪਏਗਾ। ਲੇਕਿਨ ਗੱਲ ਚੱਲ ਰਹੀ ਹੈ ਵੀ ਮਾਲ ਗੱਡੀਆਂ ਪ੍ਰਭਾਵਿਤ ਕਰ ਰਹੀਆਂ ਅੱਜ ਵਪਾਰ ਨੂੰ। ਗਿੱਲ ਸਾਹਿਬ, ਸਿਆਸਤ ਇਸ ਦੇ ਉੱਤੇ ਹਾਵੀ ਹੋ ਰਹੀ ਹੈ, ਜਦ ਕਿ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਹੈ ਵੀ ਅਸੀਂ ਜੋ ਹੈ ਉਹ ਪੂਰੀ ਗਰੰਟੀ ਲੈਂਦੇ ਹਾਂ ਵੀ ਅਗਰ ਤੁਸੀਂ ਮਾਲ ਗੱਡੀਆਂ ਪੰਜਾਬ ਦੇ ਵਿੱਚ ਭੇਜੋਗੇ ਤਾਂ ਇਹੋ ਜਿਹੀ ਨੌਬਤ ਨਹੀਂ ਆਏਗੀ ਕਿ ਮਾਲ ਗੱਡੀਆਂ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇ। ਅੱਜ ਲੁਧਿਆਣੇ ਦਾ ਹੌਜ਼ਰੀ ਉਦਯੋਗ, ਸਾਈਕਲ ਉਦਯੋਗ ਪੂਰੀ ਤਰ੍ਹਾਂ ਮਾਰ ਦੇ ਉੱਤੇ ਹੈ। ਇੱਕ ਕੱਲ ਅਖਬਾਰ ਨੇ ਹੈਡਲਾਈਨ ਦਿੱਤੀ ਸੀ ਵੀ 12,000 ਕਰੋੜ ਰੁਪਏ ਦੇ ਕਰੀਬ ਪੰਜਾਬ ਨੂੰ ਇਹਨਾਂ ਮਾਲ ਗੱਡੀਆਂ ਤੋਂ ਮਤਲਬ ਘਾਟਾ ਪੈ ਗਿਆ ਨਾ ਚੱਲਣ ਕਰਕੇ। ਦੂਜੇ ਪਾਸੇ ਪੰਜਾਬ ਦੇ ਵਿੱਚ ਸਰਦੀਆਂ ਦੇ ਵਿੱਚ ਜਦੋਂ ਕਿ ਪਾਵਰ ਜਿਹੜੀ ਸੀ ਸਰਪਲਸ ਹੁੰਦੀ ਸੀ, ਉਹ ਪਾਵਰ ਕੱਟ ਲੱਗਣੇ ਸ਼ੁਰੂ ਹੋ ਗਏ ਆ ਕਿਉਂਕਿ ਪੰਜਾਬ ਦੇ ਵਿੱਚ ਕੋਲਾ ਨਹੀਂ ਆ ਰਿਹਾ ਔਰ ਥਰਮਲ ਸਾਡੇ ਸਾਰੇ ਬੰਦ ਹੋਏ ਪਏ ਆ। ਵੀ ਕਿਤੇ ਨਾ ਕਿਤੇ ਸੋਚਣਾ ਪਏਗਾ ਕੇਂਦਰ ਸਰਕਾਰ ਨੂੰ, ਅੜੀਅਰ ਰਵੱਈਆ ਜਿਹੜਾ ਹੈ ਹਟਾਉਣਾ ਪਏਗਾ ਆਪਣਾ। ਬਿਲਕੁਲ ਜੀ, ਦੇਖੋ ਪਹਿਲੀ ਗੱਲ ਤੇ ਕੇਂਦਰ ਸਰਕਾਰ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ। ਪਿਛਲੇ ਦਿਨਾਂ 'ਚ ਜੇਪੀ ਨੱਡਾ ਜੀ ਦਾ ਬਿਆਨ ਆਉਂਦਾ ਹੈ ਜੀ, ਹੋਰ ਬਹੁਤ ਹੀ ਮੰਦਭਾਗਾ ਉਹਨਾਂ ਦੀ ਸਟੇਟਮੈਂਟ ਹੈਗੀ ਹੈ। ਉਹਨਾਂ ਨੇ ਦਲਾਲ ਤੱਕ ਕਹਿ ਦਿੱਤਾ ਗਿਆ ਵੀ ਦਲਾਲ ਬੈਠੇ ਆ ਧਰਨਿਆਂ ਤੇ। ਬਿਲਕੁਲ, ਕਿਸਾਨਾਂ ਨੂੰ ਮਤਲਬ ਇਹੋ ਜਿਹੇ ਗੰਦੇ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਜਾਏਗਾ। ਇਸ ਤੋਂ ਬਾਅਦ ਪੀਯੂਸ਼ ਗੋਇਲ ਜੀ ਨੇ, ਪੜ੍ਹੇ ਲਿਖੇ ਲੋਕ ਨੇ, ਘੱਟ ਤੋਂ ਘੱਟ ਤੁਸੀਂ ਇਹ ਸੋਚੋ ਕਿ ਇਹ ਜਿਹੜਾ ਪੰਜਾਬ ਹੈ ਇਹ ਹਿੰਦੁਸਤਾਨ ਦੀ ਬੜੀ ਮਜ਼ਬੂਤ ਦੀਵਾਰ ਹੈ ਜੀ। ਇੱਥੋਂ ਦੀ ਸ਼ਹਾਦਤ ਜਿਹੜੀ ਹੈ, ਇੱਥੇ ਮੁਗਲਾਂ ਤੋਂ ਲੈ ਕੇ ਹੋਰ ਬ੍ਰਿਟਿਸ਼ਰ ਤੋਂ ਲੈ ਕੇ ਔਰ ਅੱਜ ਤਾਣੀ ਇਹਨਾਂ ਦੀ ਸ਼ਹਾਦਤ ਮਸ਼ਹੂਰ ਹੈ। ਔਰ ਕਦੀ ਗਲਤ ਗੱਲ ਵਾਸਤੇ ਪੰਜਾਬ ਨਹੀਂ ਲੜਦਾ। ਅੱਜ ਕਿਸਾਨਾਂ ਦਾ ਅੰਦੋਲਨ ਦੂਸਰੇ ਮਹੀਨੇ 'ਚ ਤੁਰ ਪਿਆ ਹੈ, ਦੂਸਰਾ ਮਹੀਨਾ ਖਤਮ ਹੋਣ ਵਾਲਾ ਹੈ। ਔਰ ਕਿਤੇ ਵੀ ਪੂਰੇ ਪੰਜਾਬ 'ਚ ਤੁਸੀਂ ਸ਼ੰਮੀ ਜੀ ਦੱਸ ਦਿਓ ਕਿਸਾਨਾਂ ਵੱਲੋਂ ਇੱਕ ਵੀ ਦੁਰਘਟਨਾ ਜਾਂ ਦੁਰਵਿਵਹਾਰ ਦੀ ਕੋਈ ਰਿਪੋਰਟ ਆਈ ਹੋਵੇ। ਬਿਲਕੁਲ। ਫਿਰ ਸੈਂਟਰ ਸਰਕਾਰ ਕਿਸ ਤਰ੍ਹਾਂ ਕਹਿੰਦੀ ਹੈ, ਜਦੋਂ ਵਾਲੰਟਰੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਵਾਸਤੇ ਲਾਈਨਾਂ ਖਾਲੀ ਕਰ ਦਿੱਤੀਆਂ, ਪਲੇਟਫਾਰਮ ਵੀ ਖਾਲੀ ਕਰ ਦਿੱਤੇ, ਅਸੀਂ ਚਾਹ ਪਾਣੀ ਪਿਆਲਣ ਨੂੰ ਵੀ ਤਿਆਰ ਆ। ਕਹਿਣ ਦਾ ਭਾਵ ਇਹ ਹੈ ਵੀ ਨੀਅਤ 'ਚ ਸੁਥਰਾਪਨ ਜ਼ਰੂਰੀ ਚਾਹੀਦਾ। ਨੱਡਾ ਸਾਹਿਬ ਨੂੰ ਇਹ ਵੀ ਸੋਚਣਾ ਚਾਹੀਦਾ ਹੈ, ਨੱਡਾ ਸਾਹਿਬ ਹਿਮਾਚਲ ਤੋਂ ਆਉਂਦੇ ਹੈ, ਹਿਮਾਚਲ ਕੋਈ ਰੇਲਵੇ ਲਾਈਨਾਂ ਨਹੀਂ ਜਾਂਦੀਆਂ, ਉਹ ਸਾਰੀਆਂ ਸੜਕਾਂ ਪੰਜਾਬ ਹੋ ਕੇ ਹੀ ਜਾਂਦੀਆਂ ਨੇ ਜੀ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਦੀ ਵੀ ਕਿਸੇ ਵੀ ਸਟੇਟ ਨਾਲ ਜਾਂ ਜਨਤਾ ਨਾਲ ਇਹੋ ਜਿਹਾ ਸੁਤੇਲਾ ਵਤੀਰਾ ਨਹੀਂ ਕਰਨਾ ਚਾਹੀਦਾ ਕਿ ਜਿਹਦੇ ਨਤੀਜੇ ਉਹਨਾਂ ਨੂੰ ਬਾਅਦ 'ਚ ਭੁਗਤਣੇ ਪੈਣ। ਅਸੀਂ ਆਪਣੇ ਵੱਲੋਂ ਇਹ ਸਲਾਹ ਦਿੰਦੇ ਹਾਂ ਕੇਂਦਰ ਸਰਕਾਰ ਨੂੰ ਕਿ ਉਹ ਆਪਣਾ ਵਤੀਰਾ ਬਦਲ ਕੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਬੈਠ ਕੇ ਗੱਲਬਾਤ ਕਰਨ ਔਰ ਇਸ ਮੁੱਦੇ ਦਾ ਜਲਦੀ ਹੱਲ ਕਰਨ, ਕਿਉਂਕਿ ਜਿੰਨਾ ਮੁੱਦਾ ਲੇਟ ਹੋਏਗਾ ਉਹਨਾਂ ਵਪਾਰ ਦਾ ਵੀ ਨੁਕਸਾਨ ਹੋਏਗਾ। ਅੱਜ ਸਾਰਾ ਮਾਲ ਤਿਆਰ ਪਿਆ ਹੋਇਆ, ਜਾਣਾ ਹੈ, ਕੋਲਾ ਵੀ ਆਉਣਾ ਹੈ, ਪਰ ਸਾਰੇ ਕੰਮ ਰੁਕੇ ਹੋਏ ਹੈ। ਅਸੀਂ ਅਗਾਹ ਵੀ ਕਰਨੇ ਆ ਸੈਂਟਰ ਗੌਰਮੈਂਟ ਨੂੰ ਹੋਰ ਸਲਾਹ ਵੀ ਦਿੰਦੇ ਹਾਂ ਕਿ ਜਲਦ ਤੋਂ ਜਲਦ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਸਮਝ ਕੇ ਬੜੇ ਪ੍ਰੇਮ ਔਰ ਪਿਆਰ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾਏ ਔਰ ਸਮੱਸਿਆ ਦਾ ਹੱਲ ਕੱਢ ਕੇ ਇੱਥੋਂ ਦੇ ਵਪਾਰ ਨੂੰ ਵੀ ਬਚਾਇਆ ਜਾਏ। ਬਾਕੀ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਪੰਜਾਬ ਦੇ ਔਰ ਸਾਰੇ ਹਿੰਦੁਸਤਾਨ ਦੇ ਇੱਕ ਇੱਕ ਕਿਸਾਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਹਰ ਵਪਾਰੀ ਹਿੰਦੁਸਤਾਨ ਦਾ ਉਹਨਾਂ ਦੇ ਨਾਲ ਹੈ। ਜਿੱਥੇ ਵੀ ਉਹ ਯਾਦ ਕਰਨਗੇ ਜਾਂ ਜਿੱਥੇ ਵੀ ਸਾਡੀ ਲੋੜ ਪਏਗੀ ਅਸੀਂ ਆਪਣੇ ਖਿੱਤੇ ਕੰਮ ਧੰਦੇ ਬੰਦ ਕਰਕੇ ਉਹਨਾਂ ਦੇ ਨਾਲ ਤੁਰਾਂਗੇ। ਵਪਾਰ ਇਹ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਪੰਜਾਬ ਦੇ ਨਹੀਂ ਹੈ ਦੋਸਤੋ, ਇਹ ਕਿਉਂਕਿ ਸਾਰੇ ਹਿੰਦੁਸਤਾਨ ਦੇ ਲਈ ਇਹ ਕਾਨੂੰਨ ਲਾਗੂ ਹੋਏ ਨੇ। ਲੇਕਿਨ ਕਿਉਂਕਿ ਪੰਜਾਬ ਦੇ
ਜਿਹੜੇ ਕਿਸਾਨ ਨੇ ਤੇ ਹਰਿਆਣੇ ਦੇ ਕਿਸਾਨ ਨੇ ਜ਼ਿਆਦਾ ਸਫਰ ਹੋ ਰਹੇ ਨੇ। MSP ਇੱਥੇ ਲਾਗੂ ਹੈ ਇੱਥੇ, ਔਰ ਸਭ ਤੋਂ ਜ਼ਿਆਦਾ ਕਣਕ ਤੇ ਝੋਨਾ ਜਿਹੜਾ ਹੈ ਉਹ ਇਹਨਾਂ ਸਟੇਟਸ ਦੇ ਵਿੱਚ ਹੁੰਦਾ ਹੈ। ਹਾਲਾਂਕਿ ਬਿਹਾਰ ਦੇ ਵਿੱਚ ਵੀ ਝੋਨਾ ਹੁੰਦਾ, ਲੇਕਿਨ MSP ਉੱਥੇ ਲਾਗੂ ਨਹੀਂ ਕੀਤੀ ਜਾਂਦੀ। MSP ਦੀ ਲੜਾਈ ਹੈ, ਇੱਕ ਛੋਟੇ ਜਿਹੇ ਮੁੱਦੇ ਦੀ ਲੜਾਈ ਹੈ ਵੀ MSP ਤੋਂ ਘੱਟ ਜਿਹੜਾ ਹੈ ਉਹ ਸਾਡੀ ਖਰੀਦ ਨਾ ਕੀਤੀ ਜਾਵੇ। ਕਾਨੂੰਨ ਦੇ ਵਿੱਚ ਸਿਰਫ ਇੱਕ ਲਾਈਨ ਐਡ ਕਰ ਦਿੱਤੀ ਜਾਵੇ ਵੀ ਜਿਹੜਾ ਵੀ MSP ਤੋਂ ਘੱਟ ਕੋਈ ਫਸਲ ਖਰੀਦੇਗਾ ਉਹ ਸਜ਼ਾ ਦਾ ਹੱਕਦਾਰ ਹੋਏਗਾ। ਇਸ ਛੋਟੇ ਜਿਹੇ ਅੜਿੱਲ ਰਵੱਈਏ ਦੇ ਉੱਤੇ ਅੱਜ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਧਰਨੇ ਲਗਾਉਣ ਦੇ ਉੱਤੇ ਮਜਬੂਰ ਕਰ ਰਹੀ ਹੈ। ਅੱਜ ਵਪਾਰੀ ਉਡੀਕ ਰਹੇ ਨੇ ਆਪਣੀਆਂ ਦੁਕਾਨਾਂ ਦੇ ਉੱਤੇ ਵੀ ਕਦੋਂ ਕੋਈ ਗ੍ਰਾਹਕ ਆਏਗਾ ਤੇ ਉਹ ਅੱਜ ਜਿਹੜੇ ਆ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪੈਸੇ ਕਮਾ ਸਕਣਗੇ, ਜਿਸ ਦੀ ਉਹਨਾਂ ਨੂੰ ਉਮੀਦ ਹੁੰਦੀ ਹੈ ਤੇ ਜਿਸ ਦੇ ਨਾਲ ਉਹ ਲੱਗਦਾ ਹੈ ਵੀ ਸਾਲ ਭਰ ਦੀ ਰੋਟੀ ਜਿਹੜੀ ਆ ਉਹ ਕਮਾ ਕੇ ਬੈਠ ਜਾਂਦੇ ਨੇ। ਅੱਜ ਛੋਟੇ ਤੋਂ ਛੋਟਾ ਦੁਕਾਨਦਾਰ ਪ੍ਰਭਾਵਿਤ ਹੋ ਰਿਹਾ, ਛੋਟੇ ਤੋਂ ਛੋਟਾ ਜਿਹੜਾ ਹੈ ਉਹ ਬਿਜ਼ਨਸਮੈਨ ਜਿਹੜਾ ਹੈ ਉਹ ਸੋਚ ਰਿਹਾ ਵੀ ਇਹ ਧਰਨਾ ਜਲਦੀ ਤੋਂ ਜਲਦੀ ਖਤਮ ਹੋਵੇ, ਮਾਲ ਗੱਡੀਆਂ ਸ਼ੁਰੂ ਹੋਵੇ। ਲੇਕਿਨ ਕੇਂਦਰ ਸਰਕਾਰ ਦਾ ਇੱਕ ਵਤੀਰਾ ਬਣਿਆ ਹੈ। ਹਾਲਾਂਕਿ ਅੱਜ ਜੇ ਅਸੀਂ ਸੋਚੀਏ ਅਖਬਾਰਾਂ ਦੀਆਂ ਖਬਰਾਂ ਨੂੰ, ਕੁਝ ਉਮੀਦ ਜਾਗੀ ਹੈ ਵੀ ਜਲਦੀ ਹੀ ਇਹ ਜਿਹੜੀਆਂ ਆ ਜਾਣਗੀਆਂ, ਤਿਉਹਾਰਾਂ ਤੋਂ ਪਹਿਲਾਂ ਪਹਿਲਾਂ ਇਹ ਮਾਲ ਗੱਡੀਆਂ ਸ਼ੁਰੂ ਵੀ ਹੋ ਜਾਣਗੀਆਂ। ਲੇਕਿਨ ਜਿਹੜਾ ਨੁਕਸਾਨ ਹੋਇਆ ਉਸ ਦੀ ਭਰਪਾਈ ਨਹੀਂ ਹੋ ਸਕਦੀ। ਲੇਕਿਨ ਗੱਲ ਇਹ ਹੈ ਵੀ ਤੁਸੀਂ ਉਸ ਵਪਾਰਾਂ ਨੂੰ ਲੈ ਕੇ, ਉਸ ਅੱਜ ਦੀਆਂ ਸਰਕਾਰਾਂ ਨੂੰ ਲੈ ਕੇ ਜੋ ਅੱਜ ਦੇ ਹਾਲਾਤ ਬਣੇ ਨੇ, ਕਿਉਂਕਿ ਇੱਥੋਂ ਤੱਕ ਹੋਇਆ ਵੀ ਤੁਹਾਡੀ ਸਰਕਾਰ, ਪੰਜਾਬ ਸਰਕਾਰ ਜਿਹੜੀ ਆ ਉਹਨੂੰ ਧਰਨੇ ਤੱਕ ਦਿੱਲੀ ਦੇ ਵਿੱਚ ਲਗਾਉਣੇ ਪਏ ਆ। ਕੀ ਕਹਿਣਾ ਚਾਹੁੰਦੇ ਸ਼ਮੀ ਜੀ, ਤੁਸੀਂ MSP ਦੀ ਗੱਲ ਕੀਤੀ ਹੈ ਜੀ। ਫਿਰ ਉਹੀ ਗੱਲ ਕਰਦੇ ਵੀ ਫਖਰ ਹੈ ਸਾਨੂੰ ਕੈਪਟਨ ਅਮਰਿੰਦਰ ਸਿੰਘ ਜੀ ਤੇ ਵੀ ਉਹਨਾਂ ਨੇ ਕਾਨੂੰਨ ਜਿਹੜਾ ਪਾਸ ਕੀਤਾ ਹੈ ਵੀ MSP ਤੋਂ ਘੱਟੋ ਘੱਟ ਪੰਜਾਬ ਦੇ ਵਿੱਚ MSP ਤੋਂ ਘੱਟ ਜਿਹੜਾ ਵੀ ਕਾਨੂੰਨ ਪਾਸ ਨਹੀਂ ਹੋਇਆ। ਪਹਿਲੀ ਗੱਲ, ਕਾਨੂੰਨ ਪਾਸ ਨਹੀਂ ਹੋਇਆ। ਉਹ ਹਲੇ ਤਾਂ ਉੱਤੇ ਗਵਰਨਰ ਦੀ ਮੋਹਰ ਨਹੀਂ ਲੱਗੀ, ਉਹ ਉਸੇ ਲਈ ਤਾਂ ਗਏ ਸੀ ਰਾਸ਼ਟਰਪਤੀ ਕੋਲ। ਇਹ ਸਿਰਫ ਹਲੇ ਉਹਨਾਂ ਨੇ ਇੱਕ ਮਤਾ ਜਿਹੜਾ ਹੈ ਉਹ ਪਾਸ ਕਰਕੇ ਗਵਰਨਰ ਨੂੰ ਦਿੱਤਾ ਹੈ। ਸਾਨੂੰ ਉਮੀਦ ਹੈ ਵੀ ਜੋ ਸਾਡੇ ਜਰਨੈਲ ਨੇ ਕਦਮ ਚੁੱਕਿਆ ਹੈ ਉਹਦੇ ਵਿੱਚ ਕਾਮਯਾਬੀ ਮਿਲੇਗੀ। ਮੈਂ ਤੁਹਾਡੇ ਚੈਨਲ ਦੇ ਰਾਹੀਂ ਸਾਰੀਆਂ ਸਟੇਟਸ ਨੂੰ ਕਹਿਣਾ ਚਾਹੁੰਦਾ ਜੀ ਵੀ ਇਹ ਇੱਕ ਬੰਦੇ ਦਾ ਮੁੱਦਾ ਨਹੀਂ ਹੈ, ਬਿਲਕੁਲ ਇੱਕ ਕਿਸਾਨ ਦਾ ਮੁੱਦਾ ਨਹੀਂ। ਕਿਸਾਨ ਦੇ ਨਾਲ ਹਰ ਚੀਜ਼ ਜੁੜੀ ਹੈ। ਵਪਾਰ, ਜਦੋਂ ਸ਼ਮੀ ਜੀ ਆਪਾਂ ਸੁਣਿਆ ਹੈ ਵੀ ਜਦੋਂ ਪੈਸੇ ਦਾ ਚਲਨ ਨਹੀਂ ਸੀ, ਮੁਦਰਾ ਦਾ ਚਲਨ ਨਹੀਂ ਸੀ, ਤਾਂ ਉਸ ਵੇਲੇ ਜਿਸ ਦੇ ਕੋਲ ਕਣਕ ਹੁੰਦੀ ਸੀ ਉਹ ਕਣਕ ਦੇ ਕੇ ਮੱਕੀ ਵਾਲੇ ਨੂੰ ਕੋਈ ਰੂੰ, ਐਵੇਂ ਚੀਜ਼ਾਂ ਦਾ ਵਟਾਂਦਰਾ ਹੁੰਦਾ ਸੀ। ਬਿਲਕੁਲ। ਤਾਂ ਕਿਸਾਨੀ ਤਾਂ ਇੱਕ ਹਰ ਘਰ ਦੇ ਨਾਲ ਜੁੜਿਆ ਵਾ, ਹਰ ਛੋਟੇ ਤੋਂ ਛੋਟਾ ਵਪਾਰੀ ਕਿਸਾਨੀ ਨਾਲ ਜੁੜਿਆ ਹੋਇਆ। ਕਿਸਾਨਾਂ ਨੂੰ ਆਪਾਂ ਫਸਲਾਂ ਦੇ ਸਭ ਤੋਂ ਵੱਧ ਜਿਹੜਾ ਅਸੀਂ ਇਤਬਾਰ ਕਰਦੇ ਹਾਂ ਕਿਸਾਨ ਦੀ ਜ਼ੁਬਾਨ ਤੇ ਕਰਦੇ ਹਾਂ। ਉਹ ਵਪਾਰੀ ਨੂੰ ਫਸਲ ਦੀ ਫਸਲ ਪੈਸੇ ਦਿੰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਕਿ ਉਹਦੀ ਫਸਲ ਆਏਗੀ ਤਾਂ ਉਹ ਫਸਲ ਨੂੰ ਇੱਦਾਂ ਖੁੱਲੀ ਛੱਡ ਕੇ ਡਿੱਗਦਾ ਹੈ। ਮੈਂ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਉਸ ਕਿਸਾਨ ਨੂੰ ਛੇੜਿਆ। ਅਸੀਂ ਤਾਂ ਵਪਾਰੀ ਹਾਂ, ਸਾਡੀ ਤਾਂ ਇੱਕ ਕੋਈ ਟੋਫੀ ਵੀ 10 ਪੈਸੇ ਦੀ ਕੋਈ ਚੁੱਕ ਲੈਂਦਾ ਸਾਨੂੰ ਦਰਦ ਹੁੰਦਾ ਹੈ। ਲੇਕਿਨ ਤੁਸੀਂ ਦੇਖੋ ਕਿਸਾਨ ਦੀ ਟਰਾਲੀ ਗੰਨੇ ਦੀ ਜਾਂਦੀ ਹੁੰਦੀ ਹੈ, ਆਪਾਂ 2 ਗੰਨੇ ਫੜ ਕੇ ਖਿੱਚ ਲੈਂਦੇ ਹਾਂ, ਅਗਲਾ ਕਹਿੰਦਾ ਵੀ ਭਾਈ ਹੋਰ ਚਾਹੀਦੇ ਤਾਂ ਹੋਰ ਲੈ ਲੈ। ਕਿੰਨੀ ਉਹਦੀ ਮਿਹਨਤ ਹੁੰਦੀ ਹੈ, ਕਿੰਨੀ ਉਹ ਜਾਨਵਰਾਂ ਤੋਂ ਰਾਖੀ ਰੱਖਣੀ ਹੁੰਦੀ ਹੈ। ਫਸਲ ਹੋਈ ਨਹੀਂ, ਕੀੜਾ ਲੱਗ ਗਿਆ, ਇੰਨੇ ਹੋਣ ਦੇ ਬਾਵਜੂਦ ਇਹ ਸੈਂਟਰ ਸਰਕਾਰ ਨੇ ਜਿਹੜਾ ਉਹਨਾਂ ਦੇ ਉੱਪਰ ਪੱਥਰ ਰੱਖਤਾ, ਇਹ ਮੈਂ ਕਹਿੰਦਾ ਬਹੁਤ ਸ਼ਰਮਨਾਕ ਚੀਜ਼ ਹੈ। ਚਾਹੀਦਾ ਤਾਂ ਭਾਰਤ ਸਰਕਾਰ ਨੂੰ ਇਹ ਸੀ ਵੀ ਕਿੱਦਾਂ ਫਸਲ ਵਧੀਆ ਹੋਵੇ, ਆਪਣੇ ਮੰਤਰੀ ਉਹੋ ਜਿਹੇ ਲਗਾਉਣ, ਉਹੋ ਜਿਹੇ ਵਿਗਿਆਨਕ ਲਗਾਉਣ। ਕਿੱਦਾਂ ਹੁਣ ਤੁਸੀਂ ਆਪਾਂ ਸੋਚਦੇ ਹਾਂ ਬਾਜ਼ਾਰ ਦੇ ਵਿੱਚ ਮੰਨ ਲਓ ਕਾਲੀ ਮਿਰਚ 1000 ਰੁਪਏ ਜਾਂ 1200 ਰੁਪਏ ਕਿਲੋ ਵਿਕਦੀ ਹੈ, ਤਾਂ ਤੁਸੀਂ ਪਤਾ ਕਰੋ ਵੀ ਕਿਸਾਨ ਤੋਂ ਕਿਸ ਰੇਟ ਖਰੀਦੀ ਜਾਂਦੀ ਆ। ਮੇਰਾ ਖਿਆਲ ਹੈ ਕਿਸਾਨ ਤੋਂ 50 ਰੁਪਏ ਨਹੀਂ ਖਰੀਦੀ ਜਾਂਦੀ ਹੋਣੀ। ਅੱਛਾ ਚਲੋ ਮੈਂ ਇਹ ਗੱਲ ਕਰਦਾ, ਜਿਹੜੀਆਂ ਮਾਲ ਗੱਡੀਆਂ ਬੰਦ ਹੋਈਆਂ, ਕਿਆ ਬਾਜ਼ਾਰ ਦੇ ਵਿੱਚ ਕਾਲੀ ਮਿਰਚ ਜਿਹਦਾ ਤੁਸੀਂ ਨਾਂ ਲਿਆ ਜਾਂ ਹੋਰ ਜਿਹੜੀ ਰਾਸ਼ਨ ਦੀਆਂ ਦੁਕਾਨਾਂ ਕਿ ਮਹਿੰਗਾਈ ਹੋਈ ਹੈ? ਬਹੁਤ ਮਹਿੰਗਾਈ ਦੀ ਹੋਣ ਦੇ ਚਾਂਸ ਹੈ। ਔਰ ਜੇ ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਸਾਡੇ 2 PSC ਫੈਕਟਰੀ ਹੈ, ਉਹਦੇ ਵਿੱਚ ਮਾਲ ਗੱਡੀ ਦਾ ਦੇ ਥਰੂ ਨਮਕ ਆਉਂਦਾ ਹੈ। NFL ਹੈਗਾ ਕਾਰਖਾਨਾ, ਉਹਦੇ ਵਿੱਚ ਵੀ ਮੰਨ ਲਓ ਕੋਈ ਲਿਮਟਡ ਜਿਹਾ ਹੀ ਰਾਸ਼ਨ ਹੁੰਦਾ ਹੈ ਜਾਂ ਕੋਲਾ ਹੁੰਦਾ ਹੈ, ਉਹ ਬੰਦ ਹੋ ਯੂਰੀਆ ਮੇਨ ਤਾਂ ਯੂਰੀਆ ਜਾਂਦਾ ਹੈ, ਪੂਰੇ ਦੇਸ਼ ਨੂੰ ਯੂਰੀਆ ਜਾਂਦਾ ਹੈ, ਦੇਸ਼ ਨੂੰ ਯੂਰੀਆ ਜਾਂਦਾ ਹੈ, ਕੋਲਾ ਆਂਦਾ, ਯੂਰੀਆ ਜਾਂਦਾ ਹੈਗਾ। ਠੀਕ ਹੈ, ਤਾਂ ਇੱਕ ਚੀਜ਼ ਜੇ ਹੋਰ ਤੁਸੀਂ 2-4 ਦਿਨ ਮਾਲ ਗੱਡੀਆਂ ਨਾ ਖੋਲੀਆਂ ਤਾਂ ਮੇਰੇ ਖਿਆਲ ਹੈ ਸਮਾਨ ਦੀ ਵੀ ਕਿੱਲਤ ਹੋ ਜਾਏਗੀ। ਭਾਵੇਂ ਉਹ ਹੋ ਜਾਏ, ਕਿਸਾਨਾਂ ਨੂੰ ਅਗਲੀ ਫਸਲ ਬੀਜਣ ਲਈ ਖਾਦ ਦੀ ਜਿਹੜੀ ਜ਼ਰੂਰਤ ਹੈ ਉਹ ਖਾਦ ਬਹੁਤ ਘੱਟ ਹੈ, ਖਾਦ ਨਹੀਂ ਆ ਰਹੀ। ਮਹਿੰਗਾਈ ਦੀ ਦਰ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਏਗੀ, ਰਾਸ਼ਨ ਦੀ ਕਿੱਲਤ ਹੋ ਜਾਏਗੀ। ਹਰ ਟਰੱਕ ਕਿੰਨਾ ਕੁ ਸਮਾਨ ਢੋ ਲੈਣਗੇ, ਜੋ ਮਾਲ ਗੱਡੀ ਇੱਕੋ ਹੀ 400-500 ਗੱਡੀ ਦਾ ਮਾਲ ਲੈ ਕੇ ਜਾਂਦੀ ਹੈ, ਜਿਸ ਵੇਲੇ ਉਹਦਾ ਹੀ ਚੱਕਾ ਜਾਮ ਹੋਏਗਾ। ਸੋ ਮੈਂ ਜਦ ਕਿਸਾਨਾਂ ਨੇ ਕਹਿਤਾ ਵੀ ਅਸੀਂ ਰੇਲ ਟਰੈਕ ਨਹੀਂ ਕਰਾਂਗੇ, ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਹੈ
ਵੀ ਤੁਸੀਂ ਮਾਲ ਗੱਡੀਆਂ ਖੋਲੋ, ਅਸੀਂ ਤੁਹਾਨੂੰ ਟਰੈਕ ਖਾਲੀ ਦੇਵਾਂਗੇ, ਤਾਂ ਸੈਂਟਰ ਸਰਕਾਰ ਨੂੰ ਇਹ ਗੱਲ ਯਕੀਨ ਕਰਕੇ ਇੱਥੇ ਅੜੀਅਲ ਰੁਪਈਆ ਛੱਡ ਕੇ ਇਹਨੂੰ ਮਾਲ ਗੱਡੀਆਂ ਨੂੰ ਚਲਾਉਣਾ ਚਾਹੀਦਾ। ਗਿੱਲ ਸਾਹਿਬ, ਤੁਸੀਂ ਕਿਉਂਕਿ ਬਹੁਤ ਹੋਲਸੇਲ ਬਿਜ਼ਨਸਮੈਨ ਹੈਗੇ ਹੋ, ਤੁਸੀਂ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਹੋ, ਮੈਂ ਤੁਹਾਡੇ ਕੋਲ ਪੁੱਛਣ ਚਾਹਾਂਗਾ ਵੀ ਇਲੈਕਟ੍ਰੋਨਿਕਸ ਤਾਂ ਇੱਕ ਅਜਿਹੀ ਆਈਟਮ ਹੈ ਜਿਹੜੀ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਬੜੇ ਦੇਰ ਤੋਂ ਲੋਕ ਸੋਚਦੇ ਆ ਵੀ ਅਸੀਂ ਫ੍ਰਿਜ ਲਾਂਗੇ ਜਾਂ ਟੈਲੀਵਿਜ਼ਨ ਲਾਂਗੇ ਜਾਂ AC ਲਾਂਗੇ ਤਾਂ ਅਸੀਂ ਦੀਵਾਲੀ ਆਏਗੀ, ਉਦੋਂ ਬਹੁਤ ਸਾਰੀਆਂ ਸਕੀਮਾਂ ਲੱਗੀਆਂ ਹੁੰਦੀਆਂ। ਤੁਹਾਡਾ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਹੈ ਜੀ ਅੱਜ? ਬਿਲਕੁਲ ਜੀ, ਦੇਖੋ ਇਲੈਕਟ੍ਰੋਨਿਕਸ ਦੇ ਵਿੱਚ ਇਸ ਵੇਲੇ ਮੈਕਸਿਮਮ ਪ੍ਰੋਡਕਟ ਜਿਹੜੇ ਇੰਪੋਰਟ ਕੀਤੇ ਜਾਂਦੇ ਆ ਜਾਂ ਉਹਨਾਂ ਦੇ ਜਿਹੜੇ ਮੇਨ ਪੁਰਜੇ ਉਹ ਇੰਪੋਰਟ ਕੀਤੇ ਜਾਂਦੇ ਆ ਜੀ। ਹੁਣ ਪਿਛਲੇ ਦਿਨਾਂ 'ਚ ਜਿਹੜੀ ਪ੍ਰੋਡਕਟਿਵਿਟੀ ਹੈ ਉਹ ਘਟ ਗਈ ਜੀ। ਪ੍ਰੋਡਕਟਿਵਿਟੀ ਘਟਣ ਕਰਕੇ ਮਾਲ ਘੱਟ ਹੈ ਬਾਜ਼ਾਰ 'ਚ ਜੀ। ਗਾਹਕ ਵੀ ਨਹੀਂ ਹੈ ਜੀ। ਪਰ ਮਾਲ ਵੀ ਨਹੀਂ ਹੈ ਜੀ। ਜਾਂ ਮਾਲ ਹੈਗਾ ਤੇ ਘੱਟ ਹੈ ਜਾਂ ਲੋੜ ਦੇ ਮੁਤਾਬਕ ਜੋ ਚਾਹੀਦਾ ਉਹ ਮਾਲ ਨਹੀਂ ਹੈਗਾ ਜੀ। ਸੋ ਕਹਿਣ ਦਾ ਭਾਵ ਹੋਇਆ ਵੀ ਦੇਖੋ ਸ਼ਮੀ ਜੀ, ਪ੍ਰੋਡਕਟਿਵਿਟੀ ਤੋਂ ਲੈ ਕੇ ਇੰਡਸਟਰੀ ਤੋਂ ਲੈ ਕੇ ਰਿਟੇਲ ਤਾਣੀ ਹਰ ਚੀਜ਼ ਤੇ ਇਹਨਾਂ ਚੀਜ਼ਾਂ ਦਾ ਅਸਰ ਪੈ ਰਿਹਾ ਹੈ ਜੀ। ਔਰ ਪੰਜਾਬ ਦਾ ਜਿਹੜਾ ਸਿਨੈਰੀਓ ਬਣਿਆ ਹੈ ਇਸ ਵੇਲੇ ਉਹ ਬਹੁਤ ਠੀਕ ਨਹੀਂ ਹੈ ਜੀ। ਜੇ ਸਰਕਾਰਾਂ ਨੇ ਬਹੁਤ ਜਲਦੀ ਇਨੀਸ਼ੀਏਟ ਲੈ ਕੇ ਇਹਨੂੰ ਖਤਮ ਨਹੀਂ ਕੀਤਾ ਤੇ ਆਉਣ ਵਾਲੇ ਟਾਈਮ 'ਚ ਪੰਜਾਬ ਕੇ ਸਾਰੇ ਦੇਸ਼ ਨੂੰ ਇਹਦੇ ਨੁਕਸਾਨ ਦਾ ਖਾਮਿਆਜਾ ਭੁਗਤਣਾ ਪਏਗਾ। ਸਹਿਗਲ ਸਾਹਿਬ, ਜਲਦੀ ਦੇ ਨਾਲ ਅਖੀਰ ਦੇ ਵਿੱਚ ਅਗਰ ਤੁਸੀਂ ਅੱਜ ਦੀ ਤਾਰੀਖ 'ਚ ਤੁਸੀਂ ਅੱਜ ਮੰਤਰੀ ਹੁੰਦੇ ਤਾਂ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦਿੰਦੇ? ਮੈਂ ਬਿਨਾਂ ਸਮੇਂ ਗਵਾਏ ਜੀ ਕਿਸਾਨਾਂ ਦੀ ਜਿੰਨੀ ਵੀ ਕੋਈ ਮੁਸ਼ਕਲ ਹੈ, ਹਾਲਾਤ ਹੈ, ਨਾ ਕੇਵਲ ਉਹ ਦੂਰ ਕਰਦਾ ਬਲਕਿ ਇੱਕ ਸਪੈਸ਼ਲ ਇਹ ਮੈਂ ਕਹਿੰਦਾ ਵੀ ਮਹਿਕਮਾ ਲਗਾਉਂਦਾ ਵੀ ਇਹਨਾਂ ਨੂੰ ਕੀ ਚੀਜ਼ ਚਾਹੀਦੀ ਹੈ, ਕੀ ਐਗਰੀਕਲਚਰ ਵਾਸਤੇ ਕੀ ਮਸ਼ੀਨਰੀ ਨਵੀਂ ਲਿਆਉਣੀ ਚਾਹੀਦੀ ਹੈ। ਤੁਸੀਂ ਅੱਜ ਦੇਖੋ ਵੀ ਆਪਾਂ ਫਰੂਟ ਬਾਹਰਲਾ ਲਿਆ ਕੇ ਵੇਚਦੇ ਹਾਂ, ਕਿਉਂ ਆਪਾਂ ਇਦਾਂ ਦੀ ਚੀਜ਼ ਪੈਦਾ ਨਹੀਂ ਕਰਦੇ ਵੀ ਅਸੀਂ ਚੀਜ਼ ਇੰਨੀ ਵਧੀਆ ਪੈਦਾ ਕਰੀਏ ਕਿ ਬਾਹਰਲੇ ਦੇਸ਼ ਸਾਡੇ ਤੋਂ ਲੈਣ। ਇੱਕ ਛੋਟੀ ਜਿਹੀ ਗੱਲ ਤੁਹਾਨੂੰ ਹੋਰ ਕਰਨਾ, ਮੈਨੂੰ ਕਾਫੀ ਟਾਈਮ ਪਹਿਲੇ ਪਤਾ ਲੱਗਿਆ ਸੀ ਵੀ ਆਸਟ੍ਰੇਲੀਆ ਦੀ ਸਰਕਾਰ ਪੰਜਾਬੀਆਂ ਨੂੰ ਫ੍ਰੀ 'ਚ ਜ਼ਮੀਨ ਦੇ ਰਹੀ ਸੀਗੀ ਵੀ ਇਹ ਮਿਹਨਤ ਕਰਕੇ ਬੰਜਰ ਜ਼ਮੀਨ ਨੂੰ ਉਪਜਾਊ ਬਣਾ ਦਿੰਦੇ ਆ। ਤਾਂ ਆਪਾਂ ਪੰਜਾਬੀਆਂ ਨੂੰ ਉਪਜਾਊ ਬੰਦਿਆਂ ਨੂੰ ਬੰਜਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸੈਂਟਰ ਸਰਕਾਰ ਨੂੰ ਮੇਰਾ ਸੰਦੇਸ਼ ਹੈ ਵੀ ਇਹ ਕਿਸਾਨਾਂ ਨਾਲ ਇਹੋ ਜਿਹਾ ਵਿਵਹਾਰ ਨਾ ਕਰੋ। ਬਿਜ਼ਨਸਮੈਨ ਹੋਣ ਦੇ ਨਾਤੇ ਕੀ ਕਹਿਣਾ ਚਾਹੋਗੇ ਅੱਜ ਅਖੀਰ ਦੇ ਵਿੱਚ ਸਰਕਾਰ ਨੂੰ ਵੀ ਤੇ ਕਿਸਾਨਾਂ ਨੂੰ? ਠੀਕ ਹੈ ਜੀ, ਮੈਂ ਸਭ ਤੋਂ ਪਹਿਲਾਂ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਆਪਣੇ ਲੋਕ ਸਮਝ ਕੇ ਔਰ ਆਪਣੇ ਕਿਸਾਨ ਔਰ ਆਪਣਾ ਪੰਜਾਬ ਸਮਝ ਕੇ ਆਪਣਾ ਦੇਸ਼ ਸਮਝ ਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਏ। ਹੋਰ ਇਸ ਤੋਂ ਬਾਅਦ ਦੂਸਰੀ ਗੱਲ ਕੀ ਹੈ ਵੀ ਜਿਹੜਾ ਵਪਾਰ ਹੈ, ਵਪਾਰ ਸਾਰਾ ਆਧਾਰਿਤ ਹੈ ਕਿਉਂਕਿ ਸਾਰਾ ਚੱਕਰ ਕਿਸਾਨੀ ਤੇ ਘੁੰਮਦਾ ਹੈ। ਇਸ ਕਰਕੇ ਮੈਂ ਕਹਾਂਗਾ ਸਰਕਾਰਾਂ ਨੂੰ, ਇਸ ਤੋਂ ਬਾਅਦ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਅਸੀਂ ਉਹਨਾਂ ਦੇ ਹਰ ਸੰਘਰਸ਼ ਹਰ ਮੁਸੀਬਤ ਦੇ ਵਿੱਚ ਸਾਰੇ ਹਿੰਦੁਸਤਾਨ ਦਾ ਸਾਰੇ ਪੰਜਾਬ ਦਾ ਵਪਾਰੀ ਉਹਨਾਂ ਦੇ ਨਾਲ ਖੜਾ। ਸੋ ਅੱਜ ਸਾਡੇ ਦਰਮਿਆਨ ਗਿੱਲ ਸਾਹਿਬ ਤੇ ਟੋਨੀ ਸਹਿਗਲ ਜੀ ਇੱਕ ਬਿਜ਼ਨਸਮੈਨ ਹੋਣ ਦੇ ਨਾਤੇ ਆਏ ਸੀਗੇ ਤੇ ਉਹਨਾਂ ਨੇ ਇੱਕ ਜਿੱਥੇ ਕਿਸਾਨੀ ਅੰਦੋਲਨ ਨੂੰ ਇਸ ਦਾ ਮੁੱਖ ਮੁੱਦਾ ਮੰਨਿਆ ਵੀ ਅੱਜ ਅਗਰ ਮਹਿੰਗਾਈ ਦਾ ਦੌਰ ਸ਼ੁਰੂ ਹੋ ਚੁੱਕਿਆ ਦੁਬਾਰਾ ਜਾਂ ਅੱਜ ਜਿਹੜੇ ਵਪਾਰੀ ਜਿਹੜੇ ਆ ਉਹ ਘਾਟੇ ਦੇ ਵਿੱਚ ਚੱਲ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਮਾਲ ਗੱਡੀਆਂ ਤੋਂ ਜਿਹੜਾ ਸਮਾਨ ਆਉਂਦਾ ਸੀ ਨਹੀਂ ਆਇਆ, ਉਸ ਦੇ ਕਾਰਨ ਹੈ। ਤੇ ਮਾਲ ਗੱਡੀਆਂ ਹਾਲਾਂਕਿ ਪਹਿਲਾਂ ਕਿਸਾਨਾਂ ਨੇ ਰੋਕੀਆਂ ਸੀ ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਹੜਤਾਲ ਕਰਕੇ ਜਿਹੜੀਆਂ ਮਾਲ ਗੱਡੀਆਂ ਨੂੰ ਉਹ ਰੋਕ ਦਿੱਤਾ ਹੋਵੇ। ਤੇ ਜ਼ਰੂਰਤ ਹੈ ਕਿ ਸਰਕਾਰ ਪੰਜਾਬ ਸਰਕਾਰ ਦੇ ਨਾਲ, ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਕੋਈ ਰਾਬਤਾ ਕਾਇਮ ਕਰੇ, ਆਪਸ ਦੇ ਵਿੱਚ ਕੋਈ ਨਜਿੱਠੇ ਤਾਂ ਕਿ ਜਿੱਥੇ ਪੰਜਾਬ ਦੀ ਕਿਸਾਨੀ ਖੁਸ਼ਹਾਲ ਹੋ ਸਕੇ, ਉਹਨਾਂ ਨੂੰ ਵੀ ਖਾਦ ਦੀ ਬਹੁਤ ਜ਼ਰੂਰਤ ਹੈ, ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਉੱਥੇ ਹੀ ਪੰਜਾਬ ਦੇ ਜਿਹੜੇ ਵਪਾਰੀ ਤੇ ਆਮ ਜਨਤਾ ਜਿਹੜੀ ਮਹਿੰਗਾਈ ਦੀ ਮਾਰ ਝੇਲ ਰਹੀ ਹੈ ਉਸ ਨੂੰ ਵੀ ਕੁਝ ਰਾਹਤ ਮਿਲ ਸਕੇ। ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਟੋਨੀ ਸਹਿਗਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਇੱਕ ਵਾਰ ਫਿਰ ਬੇਨਤੀ ਕਰਦੇ ਹੋਏ ਕਿ ਸਾਡੇ SDTV ਪ੍ਰਾਈਮ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਤਾਂ ਕਿ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰਦੇ ਰਹੀਏ। ਹੁੰਦੇ ਹੋ ਆਗਿਆ। ਨਮਸਕਾਰ।